ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਐਨਆਰਆਈਜ਼ ਦੇ ਇਸ ਖਾਸ ਪ੍ਰੋਗਰਾਮ ਦੀ ਅਗਲੀ ਲੜੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਔਰ ਹਰ ਵਾਰ ਦੀ ਤਰ੍ਹਾਂ ਸਾਡੇ ਮਾਹਿਰ ਮਹਿਮਾਨ ਸੀਏ ਨਿਪਨ ਬੰਸਲ ਜੀ ਸਾਡੇ ਨਾਲ ਇੱਥੇ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਆਪਣਾ ਸੁਣਾਓ ਜੀ। ਆਲ ਗੁੱਡ। ਔਰ ਅਸੀਂ ਐਨਆਰਆਈਜ਼ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਟੌਪਿਕ ਜਿਹੜੇ ਹੈ ਕਵਰ ਕਰ ਚੁੱਕੇ ਹਾਂ ਔਰ ਅੱਜ ਆਧਾਰ ਕਾਰਡ ਦੀ ਗੱਲਬਾਤ ਕਰਾਂਗੇ ਕਿ ਐਨਆਰਆਈਜ਼ ਨੂੰ ਆਧਾਰ ਕਾਰਡ ਬਣਾਉਣਾ ਕਿੰਨਾ ਕੁ ਜ਼ਰੂਰੀ ਹੈ, ਕਿਸ ਤਰ੍ਹਾਂ ਬਣਾ ਸਕਦੇ। ਸੋ ਇਹ ਗੱਲਾਂ ਬਾਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਨਿਪਨ ਜੀ, ਸਭ ਤੋਂ ਪਹਿਲਾਂ ਪੁੱਛਾਂਗੇ ਕਿ ਐਨਆਰਆਈਜ਼ ਲਈ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੈ ਔਰ ਕਿਸ ਤਰ੍ਹਾਂ ਬਣਵਾ ਸਕਦੇ ਨੇ? ਜੇ ਮੈਂ ਕਹਾਂ ਜੀ, ਸਭ ਤੋਂ ਵੱਡੀ ਮਿਸਕਨਸੈਪਸ਼ਨ ਐਨਆਰਆਈਜ਼ ਨੂੰ ਹੈਗੀ ਹੈ ਕਿ ਆਧਾਰ ਕਾਰਡ ਬਣਾਉਣਾ ਜਾਂ ਨਹੀਂ ਬਣਾਉਣਾ। ਇਹਦਾ ਸਿੰਪਲ ਸ਼ਬਦਾਂ 'ਚ ਆਨਸਰ ਇੱਕ ਇਹ ਹੈ ਕਿ ਇਟ ਇਜ਼ ਨਾਟ ਕੰਪਲਸਰੀ। ਓਕੇ, ਨਹੀਂ ਲੋੜ ਜੀ। ਆਧਾਰ ਇੱਕ 2016 ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਉਹੀ ਬੰਦਾ ਇੰਡੀਆ 'ਚ ਆਧਾਰ ਕਾਰਡ ਬਣਾ ਸਕਦਾ ਹੈ ਜੀ ਜਿਹੜੀ ਡੇਟ ਨੂੰ ਅਪਲਾਈ ਕਰ ਰਿਹਾ ਆਧਾਰ ਕਾਰਡ ਲਈ ਉਸ ਤੋਂ 182 ਦਿਨ ਪਿਛਲੇ ਵਿੱਚ 182 ਦਿਨ ਉਹ ਇੰਡੀਆ 'ਚ ਹੋਣਾ ਜ਼ਰੂਰੀ ਹੈ, ਰੈਜ਼ੀਡੈਂਟ ਹੋਣਾ ਜ਼ਰੂਰੀ ਹੈ ਜੀ। ਜੇ ਉਹ ਡੇਟ ਆਫ ਐਪਲੀਕੇਸ਼ਨ ਤੋਂ ਪਿਛਲੇ 182 ਦਿਨ ਰੈਜ਼ੀਡੈਂਟ ਨਹੀਂ ਹੈਗਾ ਤੇ ਜੁਰਮ ਹੈ ਆਧਾਰ ਕਾਰਡ ਬਣਵਾਉਣਾ। ਹੁਣ ਹੋ ਕੀ ਰਿਹਾ ਹੈ, ਇੰਨੀ ਮਿਸਕਨਸੈਪਸ਼ਨ ਹੈਗੀ ਹੈ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਿ ਹਰ ਇੱਕ ਬੰਦਾ ਐਨਆਰਆਈਜ਼ ਨੂੰ ਇਹ ਲੱਗਦਾ ਜੀ ਮੈਨੂੰ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੈ, ਕਿ ਮੈਨੂੰ ਆਧਾਰ ਕਾਰਡ ਬਣਾ ਕੇ ਉਹਨੂੰ ਪੈਨ ਨਾਲ ਲਿੰਕ ਕਰਨਾ ਜ਼ਰੂਰੀ ਹੈ, ਮੈਨੂੰ ਇਨਕਮ ਟੈਕਸ ਰਿਟਰਨ ਦੇਣਾ ਜ਼ਰੂਰੀ ਹੈ। ਓਨਲੀ ਜੇ ਤੁਹਾਡੀ ਰੈਜ਼ੀਡੈਂਸੀ 182 ਦਿਨ ਤੋਂ ਉੱਪਰ ਹੈਗੀ ਹੈ ਡੇਟ ਆਫ ਐਪਲੀਕੇਸ਼ਨ ਤੋਂ ਪਹਿਲਾਂ ਤਾਂ ਹੀ ਤੁਸੀਂ ਬਣਵਾ ਸਕਦੇ ਹੋ। ਜੇ ਤੁਸੀਂ ਨਹੀਂ ਹੈਗੀ ਤੇ ਬਣਵਾ ਰਹੇ ਹੋ, ਉਹ ਆਧਾਰ ਐਕਟ 16 ਦੇ ਹਿਸਾਬ ਨਾਲ ਉਹ ਜੁਰਮ ਹੈ, ਉਹਦੀ ਪੈਨਲਟੀ ਹੈਗੀ। ਤੇ ਉਹਦੀ ਕੀ ਸਜ਼ਾ ਹੈ ਔਰ ਪੈਨਲਟੀ ਵਿੱਚ ਕੀ ਮਤਲਬ? ਪੈਨਲਟੀ ਵੀ ਹੈਗੀ ਹੈ ਜੀ, ਮੇਨ ਤਾਂ ਪੈਨਲਟੀ ਹੈ ਉਹਦੇ ਅੰਦਰ। ਤੇ ਲੋਕੀ ਗੁੰਮਰਾਹ ਹੋ ਰਹੇ ਨੇ ਐਨਆਰਆਈਜ਼, ਤੇ ਉਹਨਾਂ ਨੂੰ ਕਈ ਪਾਸਿਓਂ ਤੋਂ ਹੁੰਦਾ ਜੀ, ਜਿੱਦਾਂ ਬੈਂਕਸ ਕਹਿੰਦੇ ਨੇ ਤੁਸੀਂ ਬਣਵਾਓ ਆਧਾਰ ਕਾਰਡ। ਇਟਸ ਨਾਟ ਨੈਸੈਸਰੀ ਨਹੀਂ ਹੈ ਜੀ। ਦੇयर इज नो ਰਿਕੁਆਇਰਮੈਂਟ ਫॉर ਐਨ ਐਨਆਰਆਈ ਕਿ ਆਧਾਰ ਕਾਰਡ ਬਣਵਾਵੇ। ਟੋਟਲੀ ਮਿਸਕਨਸੈਪਸ਼ਨ। ਨਿਪਨ ਜੀ, ਜੇਕਰ ਕਿਸੇ ਐਨਆਰਆਈ ਨੇ ਜਾਂ ਓਸੀਆਈ ਨੇ ਜਾਂ ਪੀਆਈਓਜ਼ ਨੇ ਆਪਣਾ ਆਧਾਰ ਕਾਰਡ ਅਪਲਾਈ ਕਰਵਾਉਣਾ ਹੋਵੇ ਬਟ ਆਨਲਾਈਨ, ਕੀ ਉਹ ਹੋ ਸਕਦਾ? ਨੇਹਾ ਜੀ, ਨਹੀਂ ਹੋ ਸਕਦਾ ਕਿਉਂਕਿ ਸਿੰਪਲ ਜੀ ਉਹਦੀ ਇੱਕ ਸਿੰਪਲ ਜਿਹਾ ਕੀ ਹੈਗਾ ਮੈਟਰ ਕਿ ਜਦੋਂ ਵੀ ਆਧਾਰ ਕਾਰਡ ਬਣਵਾਉਣਾ ਕਿਸੇ ਨੇ ਉਹਨੂੰ ਆਪਣੀ ਬਾਇਓਮੈਟ੍ਰਿਕ ਕਰਾਉਣੀ ਬਹੁਤ ਜ਼ਰੂਰੀ ਹੈ, ਜੋ ਆਪਾਂ ਕਰਾਈ ਬਿਲਕੁਲ। ਰੈਟਿਨਾ ਸਕੈਨ ਕਰਾਉਣਾ ਬਹੁਤ ਜ਼ਰੂਰੀ ਹੈ, ਆਈਡੀ ਐਡਰੈਸ ਪ੍ਰੂਫ ਦੇਣਾ ਜ਼ਰੂਰੀ ਹੈ। ਜਦੋਂ ਐਨਆਰਆਈ ਕੋਈ ਬਾਹਰ ਬੈਠਾ ਹੈ ਉਹ ਬਾਇਓਮੈਟ੍ਰਿਕ ਤੇ ਰੈਟਿਨਾ ਸਕੈਨ ਨਹੀਂ ਕਰਾ ਸਕਦਾ। ਬਿਲਕੁਲ। ਦੂਜੀ ਗੱਲ ਇਹ ਆਉਂਦੀ ਹੈ ਕਿ ਵਾਈ ਇਟ ਇਜ਼ ਨੈਸੈਸਰੀ ਟੂ ਹੈਵ ਆਧਾਰ ਕਾਰਡ। ਆਧਾਰ ਕਾਰਡ ਅਸੀਂ ਕਿਉਂ ਕੰਪਲਸਰੀ ਮੰਨਦੇ ਹਾਂ? ਕਿਉਂਕਿ ਜਿੱਦਾਂ ਤੁਸੀਂ ਤੇ ਮੈਂ ਰੈਜ਼ੀਡੈਂਟ ਹਾਂ, ਅਸੀਂ ਕੋਈ ਬੈਂਕ ਅਕਾਊਂਟ ਖੋਲ੍ਹਣਾ, ਅਸੀਂ ਇਨਕਮ ਟੈਕਸ ਰਿਟਰਨ ਭਰਨੀ ਹੈ, ਅਸੀਂ ਪੈਨ ਨਾਲ ਲਿੰਕ ਕਰਨਾ, ਅਸੀਂ ਕੋਈ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈਗੀ ਹੈ, ਤਹਿਸੀਲਦਾਰ ਅਸਿਸਟ ਕਰਦੇ ਨੇ। ਪਰ ਐਨਆਰਆਈਜ਼ ਨੂੰ ਇਹ ਸਾਰੇ ਐਕਟ ਦੇ ਵਿੱਚ ਐਗਜ਼ੈਂਪਸ਼ਨ ਮਿਲੀ ਹੋਈ ਹੈ ਕਿ ਉਹਨਾਂ ਨੂੰ ਨਾ ਤਾਂ ਰਿਟਰਨ ਭਰਨ ਲਈ, ਨਾ ਪੈਨ ਨਾਲ ਲਿੰਕ ਕਰਨ ਲਈ, ਨਾ ਬੈਂਕ ਖਾਤਾ ਖੋਲ੍ਹਣ ਲਈ, ਨਾ ਪ੍ਰੋਪਰਟੀ ਵੇਚਣ ਵੇਲੇ, ਨਾ ਪ੍ਰੋਪਰਟੀ ਲੈਣ ਵੇਲੇ ਉਹਨੂੰ ਆਧਾਰ ਕਾਰਡ ਦੀ ਕੋਈ ਲੋੜ ਨਹੀਂ ਹੈ। ਤੇ ਵਾਏ ਕਿਉਂ ਕੋਈ ਬੋਦਰੇਸ਼ਨ ਲੈ ਗਿਆ ਆਧਾਰ ਕਾਰਡ ਅਪਲਾਈ ਕਰਨ ਲਈ? ਇਹ ਸਾਰੀ ਮਿਸਕਨਸੈਪਸ਼ਨ ਹੈਗੀ ਹੈ। ਜਦੋਂ ਬੰਦਾ ਬੈਂਕ 'ਚ ਜਾਂਦਾ ਐਨਆਰਆਈ, ਉਹਨੂੰ ਬੈਂਕ ਵਾਲੇ ਕਹਿੰਦੇ ਆਧਾਰ ਕਾਰਡ ਬਣਵਾ ਲਓ। ਉਹਨੂੰ ਸਿੱਧਾ ਕੁਐਸਚਨ ਇਹ ਪੁੱਛਣਾ ਚਾਹੀਦਾ, ਤੁਸੀਂ ਮੈਨੂੰ ਆਧਾਰ ਕਾਰਡ ਲਈ ਕਹਿ ਰਹੇ ਹੋ, ਕਿਹੜੇ ਐਕਟ 'ਚ ਲਿਖਿਆ ਹੋਇਆ ਕਿ ਮੈਨੂੰ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੈ? ਜੋ ਇੰਨਾ ਕੁਐਸਚਨ ਪੁੱਛੂਗਾ ਬਿਲਕੁਲ, ਤੇ ਉੱਤੇ ਹੀ ਸਾਰੀ ਐਪਲੀਕੇਸ਼ਨ ਖਤਮ ਹੋ ਜਾਣਗੀਆਂ। ਤੁਹਾਨੂੰ ਆਧਾਰ ਕਾਰਡ ਦੀ ਜਦੋਂ ਲੋੜ ਹੀ ਨਹੀਂ ਹੈਗੀ, ਤੁਸੀਂ ਕਿਉਂ ਬਣਵਾਓਗੇ? ਕਿ ਬਿਲਕੁਲ ਬਹੁਤ ਇਨਫੋਰਮੇਸ਼ਨ ਹੈ, ਇੰਪੋਰਟੈਂਟ ਹੈ ਕਿ ਅਗਰ ਕੋਈ, ਕਿਉਂਕਿ ਬਹੁਤ ਸਾਰੇ ਐਨਆਰਆਈਜ਼ ਫੇਸ ਕਰਦੇ ਆ ਬੈਂਕ ਦੇ ਵਿੱਚ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਧਾਰ ਕਾਰਡ ਆਪਣਾ ਬਣਵਾਓ ਜਾਂ ਆਪਣਾ ਤੁਸੀਂ ਨਹੀਂ ਬਣਵਾਇਆ ਹੋਇਆ ਤੇ ਜਲਦ ਇਹਨੂੰ ਜਿਹੜਾ ਹੈ ਉਹ ਸਬਮਿਟ ਕਰਵਾਓ। ਸੋ ਬਿਲਕੁਲ ਨਿਪਨ ਜੀ ਨੇ ਇੱਕ ਅੱਛੀ ਚੀਜ਼ ਜਿਹੜੀ ਦੱਸੀ ਹੋਈ ਹੈ ਕਿ ਤੁਸੀਂ ਉਹਨਾਂ ਨੂੰ ਸਿੱਧਾ ਕਾਊਂਟਰ ਕਰ ਸਕਦੇ ਹੋ ਕਿ ਕਿਤੇ ਕਿਹੜੇ ਐਕਟ ਵਿੱਚ ਲਿਖਿਆ ਹੋਇਆ। ਤੁਸੀਂ ਲਿਖ ਕੇ ਦਿਓ ਕਿ ਵਾਈ ਇਟ ਇਜ਼ ਨੈਸੈਸਰੀ, ਉਹ ਤੁਹਾਨੂੰ ਲਿਖ ਕੇ ਨਹੀਂ ਦੇਣਗੇ ਕਿਉਂਕਿ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਲਾਅ ਦੇ ਬਾਰੇ। ਇੰਡੀਆ 'ਚ ਪ੍ਰੋਬਲਮ ਕੀ ਆਉਂਦੀ ਜੀ ਕਿ ਇੱਥੇ ਨਾ ਲਾਅ ਇੰਨਾ ਕੁ ਜਿਹਾ ਹੈਗਾ, ਉਹਦੇ ਬਾਰੇ ਉਹਦੇ ਵੇਰੀਐਂਟਸ ਹੈਗੇ ਨੇ 50 ਬਿਲਕੁਲ, ਬੰਦਾ ਉਸ 'ਚ ਕਨਫਿਊਜ਼ ਹੋ ਜਾਂਦਾ। ਜੇ ਤੁਸੀਂ ਲਾਅ ਨੂੰ ਸਿੱਧਾ ਹੀ ਖੁਦ ਪੜੋਗੇ, ਅੱਛਾ ਇਹ ਇਦਾਂ ਦੇ ਐਕਟਸ ਨੇ ਔਰ ਸਾਰੇ ਆਨਲਾਈਨ ਅਵੇਲੇਬਲ ਨੇ, ਬੰਦਾ ਖੁਦ ਪੜ੍ਹ ਲਵੇ, ਉਹਨੂੰ ਕਲੈਰਿਟੀ ਹੋ ਜਾਊਗੀ ਜੀ ਇਹ ਤਾਂ ਲੋੜ ਹੀ ਨਹੀਂ ਹੈ ਜੀ। ਪਰ ਨਿਪਨ ਜੀ, ਜੇ ਕਿਸੇ ਫਿਰ ਵੀ ਕਿਸੇ ਐਨਆਰਆਈ ਦੀ ਇੱਛਾ ਹੋਵੇ ਕਿ ਉਹਨੇ ਆਧਾਰ ਕਾਰਡ ਬਣਾਉਣਾ ਹੈ ਪਰ ਉਹਦਾ ਇੱਥੇ ਰੈਜ਼ੀਡੈਂਟ ਜਿਹੜਾ ਐਡਰੈਸ ਹੈ ਰੈਜ਼ੀਡੈਂਸ਼ੀਅਲ ਐਡਰੈਸ ਨਹੀਂ ਹੈ, ਫਿਰ ਉਹ ਕਿਸ ਤਰ੍ਹਾਂ ਅਪਲਾਈ ਕਰ ਸਕਦਾ? ਦੇਖੋ, ਉਸ 'ਚ ਫਿਰ ਮੇਰਾ ਆਨਸਰ ਫਿਰ ਉਹੀ ਆ ਜਾਂਦਾ ਕਿ ਪਹਿਲਾਂ ਤਾਂ ਐਨਆਰਆਈ ਉਹੀ ਆਧਾਰ ਕਾਰਡ ਲੈ ਸਕਦਾ ਜਿਹੜੀ ਡੇਟ ਆਫ ਐਪਲੀਕੇਸ਼ਨ ਤੋਂ 182 ਦਿਨ ਪਹਿਲਾਂ ਇੰਡੀਆ 'ਚ ਰੈਜ਼ੀਡੈਂਟ ਹੋਵੇ। ਬਿਲਕੁਲ। ਜੇ ਉਹ ਇੰਡੀਆ 'ਚ ਰੈਜ਼ੀਡੈਂਟ ਹੈਗਾ ਪਰ ਉਹਦੇ ਕੋਲ ਐਡਰੈਸ ਪ੍ਰੂਫ ਨਹੀਂ ਹੈਗਾ ਜੀ, ਉਹ ਇੱਕ ਰੈਂਟ ਡੀਡ ਬਣਵਾ ਕੇ ਲੈਂਡਲੋਰਡ ਤੋਂ ਲੀਜ਼ ਡੀਡ ਬਣਵਾ ਕੇ ਉਸ ਡੀਡ ਦੇ ਬੇਸਿਸ ਤੇ ਉਹਨੂੰ ਕਰੰਟ ਐਡਰੈਸ ਪ੍ਰੂਫ ਸ਼ੋ ਕਰਕੇ ਆਧਾਰ ਕਾਰਡ ਬਣਵਾ ਸਕਦਾ। ਕੀ ਐਨਆਰਆਈ ਨੂੰ ਆਧਾਰ ਕਾਰਡ ਆਪਣਾ ਲਿੰਕ ਕਰਵਾਉਣਾ ਜ਼ਰੂਰੀ ਹੈ ਪੈਨ ਕਾਰਡ ਦੇ ਨਾਲ? ਜੀ, ਸਿਰਫ ਸਾਡੇ ਵਰਗੇ ਇੰਡੀਅਨ ਰੈਜ਼ੀਡੈਂਟਸ ਨੂੰ, ਤੁਹਾਡੇ ਤੇ ਮੇਰੇ ਵਾਂਗੂ ਜਿਹੜੇ ਇੰਡੀਆ 'ਚ ਰਹਿ ਰਹੇ ਨੇ, ਐਨਆਰਆਈ ਨਹੀਂ ਹੈਗੇ, ਹੈਬਿਚੁਅਲੀ ਇੱਥੇ ਹੀ ਰਹਿੰਦੇ ਨੇ, ਉਹਨਾਂ ਨੂੰ ਆਪਣਾ ਪੈਨ ਕਾਰਡ ਦੇ ਨਾਲ ਲਿੰਕ ਕਰਨਾ ਆਧਾਰ ਕਾਰਡ, ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਆਧਾਰ ਕਾਰਡ ਦੇਣਾ ਜ਼ਰੂਰੀ ਹੈ। ਪਰ ਜਿਹੜਾ ਐਨਆਰਆਈ ਬੰਦਾ ਹੈਗਾ
ਉਹਨੂੰ ਨਾ ਤਾਂ ਪੈਨ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ, ਨਾ ਹੀ ਆਪਣੀ ਇਨਕਮ ਟੈਕਸ ਰਿਟਰਨ 'ਚ ਆਧਾਰ ਕਾਰਡ ਦੇਣਾ ਜ਼ਰੂਰੀ ਹੈ। ਜੀ ਵੈਸੇ ਤਾਂ ਤੁਸੀਂ ਪਹਿਲੇ ਵੀ ਇਹ ਗੱਲ ਕਲੀਅਰ ਕਰ ਚੁੱਕੇ ਹੋ ਕਿ ਕਿਸੇ ਵੀ ਐਨਆਰਆਈ ਨੂੰ ਜਦੋਂ ਟੈਕਸ ਪੇ ਕਰਦਾ ਹੈ ਤੇ ਉਹਦਾ ਆਧਾਰ ਕਾਰਡ ਨੰਬਰ ਉਹਨੂੰ ਫਿਲ ਕਰਨਾ ਜ਼ਰੂਰੀ ਨਹੀਂ ਹੈ। ਬਿਲਕੁਲ ਜ਼ਰੂਰੀ ਨਹੀਂ ਹੈ ਜੀ। ਜੀ ਇਟਸ ਨਾਟ ਰਿਕੁਆਇਰਡ ਜੀ। ਸੋ ਜੇਕਰ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਾ ਹੋਵੇ ਤੇ ਕੋਈ ਉਸ ਦਾ ਨੁਕਸਾਨ ਹੈ? ਕੋਈ ਨੁਕਸਾਨ ਨਹੀਂ ਜੀ, ਕਿਉਂਕਿ ਲੀਗਲੀ ਬਾਉਂਡ ਹੀ ਨਹੀਂ ਹੈਗਾ ਉਹ। ਤੇ ਜੇਕਰ ਕੋਈ ਆਧਾਰ ਕਾਰਡ ਐਨਆਰਆਈ ਅਪਲਾਈ ਕਰਨਾ ਚਾਹੁੰਦਾ ਹੈ ਜਾਂ ਫਿਰ ਅਪਲਾਈ ਕਰ ਚੁੱਕਿਆ ਉਸ ਨੂੰ ਕੈਂਸਲ ਕਰਾਉਣਾ ਚਾਹੁੰਦਾ ਹੈ ਤੇ ਉਹ ਹੋ ਸਕਦਾ ਹੈ? ਇਹ ਸਭ ਤੋਂ ਯੂਨੀਕ ਗੱਲ ਇਸ ਸਕਦੀ ਹੈ ਕਿ ਜੀ ਇੱਕ ਵਾਰੀ ਆਧਾਰ ਕਾਰਡ ਇਸ਼ੂ ਹੋ ਗਿਆ, ਦਿਸ ਆਧਾਰ ਕਾਰਡ ਇਜ਼ ਫॉर ਲਾਈਫ। ਓਕੇ। ਆਧਾਰ ਕਾਰਡ ਤੁਹਾਡਾ ਰਿਵੋਕ ਨਹੀਂ ਹੋ ਸਕਦਾ, ਤੁਸੀਂ ਇਹਨੂੰ ਕੀ ਕਹਿੰਦੇ ਨੇ ਸਸਪੈਂਡ ਨਹੀਂ ਕਰਾ ਸਕਦੇ, ਤੁਸੀਂ ਇਹਨੂੰ ਵਾਪਸ ਨਹੀਂ ਦੇ ਸਕਦੇ ਸਰਕਾਰ ਨੂੰ ਕਿ ਜੀ ਮੇਰਾ ਆਧਾਰ ਕਾਰਡ ਮੈਂ ਸਰੈਂਡਰ ਕਰ ਰਿਹਾ ਜੀ। ਇੱਕ ਵਾਰੀ ਆਧਾਰ ਕਾਰਡ ਇਸ਼ੂ ਹੋ ਗਿਆ ਇਟ ਇਜ਼ ਫॉर ਲਾਈਫ। ਹਾਂ ਇਹ ਜ਼ਰੂਰ ਹੈਗੀ ਹੈ ਕਿ ਤੁਹਾਡਾ ਐਡਰੈਸ ਚੇਂਜ ਹੋ ਗਿਆ, ਤੁਸੀਂ ਆਧਾਰ ਕਾਰਡ ਦੇ ਵਿੱਚ ਅਪਡੇਸ਼ਨ ਜਾ ਕੇ ਕਰਵਾ ਸਕਦੇ ਹੋ ਆਪਣੇ ਐਡਰੈਸ ਦੀ, ਉਹ ਆਨਲਾਈਨ ਹੋ ਜਾਂਦੀ ਹੈ, ਪਰ ਤੁਸੀਂ ਇਹ ਆਧਾਰ ਕਾਰਡ ਸਰੈਂਡਰ ਜਾਂ ਨਹੀਂ ਖਤਮ ਨਹੀਂ ਕਰ ਸਕਦੇ। ਓਕੇ। ਜੇਕਰ ਕਿਸੇ ਐਨਆਰਆਈ ਨੇ ਆਪਣਾ ਪੈਨ ਕਾਰਡ ਬਣਵਾਉਣਾ ਹੋਵੇ ਪਰ ਉਹਦਾ ਆਧਾਰ ਕਾਰਡ ਨਹੀਂ ਹੈ ਤੇ ਉਹ ਬਣਵਾ ਸਕਦਾ ਹੈ? ਬਿਲਕੁਲ ਬਣਵਾ ਸਕਦਾ ਜੀ, ਕਿਉਂਕਿ ਉਹਨੂੰ ਫਸਟ ਪਲੇਸ 'ਚ ਆਧਾਰ ਕਾਰਡ ਦੀ ਲੋੜ ਹੀ ਨਹੀਂ ਹੈ ਤੇ ਪੈਨ ਕਾਰਡ ਲਈ ਉਹਨੂੰ ਆਪਣਾ ਇੱਕ ਆਇਡੈਂਟੀਟੀ ਦੇ ਐਡਰੈਸ ਪ੍ਰੂਫ ਦੇਣਾ ਹੈਗਾ, ਫੋਟੋ ਦੇਣੀ ਹੈਗੀ ਹੈ ਤੇ ਅੱਜ ਕੱਲ੍ਹ ਉਹ ਵੀ ਆਨਲਾਈਨ ਪ੍ਰੋਸੀਜਰ ਹੈਗਾ, ਉਹ ਆਪਣਾ ਵਿਦਆਊਟ ਆਧਾਰ ਕਾਰਡ ਹੁੰਦੇ ਹੋਏ ਪੈਨ ਕਾਰਡ ਅਪਲਾਈ ਕਰ ਸਕਦਾ। ਜੀ। ਇਨਕਮ ਟੈਕਸ ਦੀ ਜੇ ਗੱਲ ਕਰੀਏ, ਮੇਰਾ ਆਖਰੀ ਸਵਾਲ ਇਹ ਹੈ ਕਿ ਕਿਸੇ ਐਨਆਰਆਈ ਨੇ ਆਪਣੀ ਰਿਟਰਨ ਜਿਹੜੀ ਹੈ ਉਹ ਭਰਨੀ ਹੈ ਤੇ ਉਸ ਵੇਲੇ ਆਧਾਰ ਕਾਰਡ ਦੇ ਨੰਬਰ ਦੀ ਤਾਂ ਲੋੜ ਨਹੀਂ ਹੈ, ਪਰ ਪੈਨ ਕਾਰਡ ਦੇ ਨੰਬਰ ਦੀ ਕੀ ਲੋੜ ਹੈ? ਹਾਂ, ਜਦੋਂ ਆਪਾਂ ਇਨਕਮ ਟੈਕਸ ਰਿਟਰਨ ਭਰਦੇ ਨੇ ਜੀ, ਪੈਨ ਕਾਰਡ ਇਜ਼ ਅ ਮਸਟ ਤੇ ਬੜਾ ਸਿੰਪਲ ਹੈਗਾ ਅੱਜ ਡੇਟ 'ਚ ਮੈਕੈਨਿਜ਼ਮ। 10-12 ਦਿਨ 'ਚ ਆ ਜਾਂਦਾ ਪੈਨ ਕਾਰਡ, ਆਨਲਾਈਨ ਪ੍ਰੋਸੈਸ ਹੈਗਾ ਜੀ। ਤੁਸੀਂ ਪੈਨ ਕਾਰਡ ਅਪਲਾਈ ਕਰੋ, ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰੋ, ਆਧਾਰ ਕਾਰਡ ਨੰਬਰ ਦੀ ਕੋਈ ਲੋੜ ਨਹੀਂ ਤੁਹਾਨੂੰ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਨੇਹਾ ਜੀ। ਸੋ ਇਹ ਸਨ ਸਾਡੇ ਨਾਲ ਨਿਪਨ ਬੰਸਲ ਜੀ ਔਰ ਉਹਨਾਂ ਨੇ ਆਧਾਰ ਕਾਰਡ ਨਾਲ ਰਿਲੇਟਡ ਜੋ ਵੀ ਐਨਆਰਆਈਜ਼ ਦੀ ਕੁਐਰੀ ਸੀ, ਮੈਨੂੰ ਲੱਗਦਾ ਹੈ ਕਿ ਉਹ ਪੂਰੀਆਂ ਕਲੀਅਰ ਕੀਤੀਆਂ ਹੋਣਗੀਆਂ ਕਿ ਤੁਹਾਨੂੰ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੈ ਜਾਂ ਅਗਰ ਤੁਸੀਂ ਬੈਂਕ ਦੇ ਵਿੱਚ ਖਾਤਾ ਖੁਲਵਾ ਰਹੇ ਹੋ ਜਾਂ ਫਿਰ ਤੁਸੀਂ ਇਨਕਮ ਟੈਕਸ ਦੀ ਆਪਣੀ ਰਿਟਰਨ ਜੋ ਹੈ ਭਰਨੀ ਹੈ। ਸੋ ਨਿਪਨ ਜੀ ਨੇ ਬਿਲਕੁਲ ਸਾਫ਼ ਗੱਲਾਂ ਕਹੀਆਂ ਹੈ ਕਿ ਅਜਿਹਾ ਅਜੇ ਤੱਕ ਕੋਈ ਚੀਜ਼ ਤੁਹਾਨੂੰ ਹੈ ਨਹੀਂ ਹੈ ਕਿ ਤੁਸੀਂ ਮਸਟ ਨੂੰ ਹੈ ਕਿ ਤੁਸੀਂ ਬਣਵਾਓ, ਔਰ ਅਗਰ ਜੇਕਰ ਤੁਹਾਨੂੰ ਬੈਂਕ ਵਿੱਚ ਖਾਤਾ ਖੁਲਵਾਉਣ ਵੇਲੇ ਕੋਈ ਤੁਹਾਨੂੰ ਕਹਿ ਰਿਹਾ ਕਿ ਆਧਾਰ ਕਾਰਡ ਬਣਾਉਣਾ ਜ਼ਰੂਰੀ ਹੈ, ਤੁਸੀਂ ਉਸ ਨੂੰ ਇਵਨ ਕਾਊਂਟਰ ਕੁਐਸਚਨ ਵੀ ਕਰ ਸਕਦੇ ਜੀ। ਜੀ। ਸੋ ਸਾਡੇ ਨਾਲ ਅੱਜ ਨਿਪਨ ਬੰਸਲ ਜੀ ਜੁੜੇ ਹੋਏ ਸੀ। ਸੋ ਅਗਲੀ ਵਾਰ ਮਿਲਦੇ ਹਾਂ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਤੁਸੀਂ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।